वाहिगुरू जी का खालसा वाहिगुरू जी की फतेह। मेरा नाम है रवनीत कौर ਤੇ मैं करनी हाँ ਗੱਲਾਂ ਬਾਤਾਂ ਟੈਕਨੋਲੋਜੀ ਦੇ ਬਾਰੇ। ਤੇ ਅੱਜ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹਨੀ ਹਾਂ ਕਿ ਦੁਨੀਆ ਵਿੱਚ ਲੋਕੀ ਕਿਵੇਂ ਬਿਟਕੋਇਨ ਦੇ ਨਾਲ ਪੈਸੇ ਬਣਾ ਰਹੇ ਨੇ, ਕਿਵੇਂ ਨਵੀਆਂ ਜੌਬਸ ਸ਼ੁਰੂ ਹੋ ਗਈਆਂ ਨੇ। ਤੇ ਜੇ ਤੁਹਾਨੂੰ ਨਹੀਂ ਪਤਾ ਕਿ ਬਿਟਕੋਇਨ ਕੀ ਹੈ, ਉਹ ਮੈਂ ਆਪਣੀ ਲਾਸਟ ਵੀਡੀਓ ਦੇ ਵਿੱਚ ਕਵਰ ਕੀਤਾ ਹੈ, ਜੋ ਤੁਸੀਂ ਇੱਥੇ ਵੇਖ ਸਕਦੇ ਹੋ। ਤੇ ਮੈਂ ਤੁਹਾਡੇ ਨਾਲ 7 ਪੁਆਇੰਟ ਡਿਸਕਸ ਕਰਾਂਗੀ। ਸੋ ਲੈਟਸ ਗੈਟ ਸਟਾਰਟਡ। सब तो पॉपुलर ते सब तो ईजीएस्ट जिहड़ा तरीका है वह है कि तुसी बिटकॉइन नूं खरीदो ते उन्नू फड़ के रखो। मोस्ट ऑफ द जिहड़े इन्वेस्टर्स बिटकॉइन दे विच जांदे ने यही इन्वेस्टमेंट लई सब तो पहला जांदे ने कि तुसी बिटकॉइन खरीद लो ते फिर उन्नू फड़ के रखो। हुण इहदे विच दो तरह दे इन्वेस्टर्स ने। पहले हैगे ने लॉन्ग टर्म इन्वेस्टर्स जिहड़े बिटकॉइन नूं खरीद के फिर उन्नू भुल जांदे ने। मतलब उन्होंने 10 साल ਲਈ शायद उन्होंने गोल है कि ਅਸੀਂ 10 साल ਲਈ ਫੜ ਕੇ ਰੱਖਣਾ ਹੈ, ਅਸੀਂ 15 ਸਾਲ ਲਈ ਉਹਨੂੰ ਇਕੱਠੇ ਕਰਕੇ ਰੱਖਣਾ ਹੈ। ਉਹਨਾਂ ਦਾ ਇਹ ਮੰਨਣਾ ਹੈ, ਇਹ ਲੌਂਗ ਟਰਮ ਇਨਵੈਸਟਰਸ ਦਾ, ਕਿ ਬਿਟਕੋਇਨ ਦੀ ਜਿਹੜੀ ਟੈਕਨੋਲੋਜੀ ਹੈ ਬਲੌਕਚੇਨ ਉਹ ਬਹੁਤ ਸਕਸੈਸਫੁਲ ਹੋਏਗੀ ਫਿਊਚਰ ਵਿੱਚ। ਤੇ ਉਹਨਾਂ ਦਾ ਇਹ ਵੀ ਮੰਨਣਾ ਹੈ ਕਿ ਬਿਟਕੋਇਨ ਐਜ਼ ਅ ਕਰੰਸੀ ਫਿਊਚਰ ਦੇ ਵਿੱਚ ਬਹੁਤ ਚੱਲੇਗੀ। ਇਸ ਕਰਕੇ ਉਹ फायदा मुनाफा तो बनाना चाहते हैं, पर नाल टैक्नोलॉजी की तरक्की भी वेखना चाहते हैं। इस करके जो लॉन्ग टर्म इन्वेस्टर्स ने बहुत सारा बिटकॉइन खरीदते रहते हैं, फिर उन्होंने बस साइड पर रख देंगे ने। इदा नहीं करते कि रोज़ प्राइस को चैक कर रहे हैं या इदा कुछ। ਇਹ ਤਾਂ ਹੋ ਗਏ ਲੌਂਗ ਟਰਮ ਇਨਵੈਸਟਰਸ। ਹੁਣ ਤੁਹਾਡੇ ਹੈਗੇ ਨੇ ਸ਼ਾਰਟ ਟਰਮ ਇਨਵੈਸਟਰਸ। ਤੇ ਜਿਹੜੇ ਸ਼ਾਰਟ ਟਰਮ ਇਨਵੈਸਟਰਸ ਨੇ, ਇਹਨਾਂ ਦਾ ਗੋਲ ਹੁੰਦਾ ਹੈ ਕਿ ਅਸੀਂ ਫਟਾਫਟ ਮੁਨਾਫਾ ਬਣਾਈਏ। ਤੇ ਇਹਨਾਂ ਦਾ ਜਿਹੜਾ ਵਿੰਡੋ ਹੁੰਦੀ ਹੈ ਮੁਨਾਫੇ ਦੀ, ਉਹ ਹੋਏਗੀ ਐਨੀਵੇਅਰ ਫਰੋਮ ਕੁਝ ਦਿਨ ਟੂ ਫਿਊ ਵੀਕਸ ਟੂ ਫਿਊ ਮੰਥਸ। ਤੇ ਜਿਹੜੇ ਇਹ ਲੋਕੀ ਨੇ, ਇਹ ਬਹੁਤ ਸਾਰੀ ਰਿਸਰਚ ਕਰਦੇ ਨੇ, ਇਹ ਬਹੁਤ ਸਾਰੇ ਰੋਜ਼ ਪ੍ਰਾਈਸ ਨੂੰ ਚੈੱਕ ਕਰਦੇ ਨੇ। ਇਹ ਵੇਖਦੇ ਨੇ ਕਿ ਹੋਰ ਜਿਹੜੇ ਦੂਜੇ ਲੋਕੀ ਬਿਟਕੋਇਨ ਖਰੀਦ ਰਹੇ ਨੇ, ਉਹਨਾਂ ਦਾ ਕੀ ਐਡਵਾਈਸ ਹੈ। ਮਾਰਕੀਟ ਦੇ ਵਿੱਚ ਟ੍ਰੇਡਿੰਗ ਜਿਵੇਂ ਕਰੀਦੀ ਹੈ, ਉਹਦਾ ਬਹੁਤ ਸਟ੍ਰੈਟਜੀਜ਼ ਨੂੰ ਪੜ੍ਹਦੇ ਨੇ। ਤੇ ਇਹ ਬਹੁਤ ਸਾਰਾ ਤੇ ਇਹਨਾਂ ਦਾ ਮਤਲਬ ਗੋਲ ਹੁੰਦਾ ਕਿ ਅਸੀਂ ਸ਼ਾਰਟ ਟਰਮ ਵਿੰਡੋ ਦੇ ਵਿੱਚ ਪ੍ਰੋਫਿਟ ਬਣਾਈਏ ਤੇ ਉਹਨੂੰ ਸੈਲ ਕਰੀਏ। ਤੇ ਇਹ ਤੁਹਾਡੇ ਹੋ ਗਏ ਦੋ ਡਿਫਰੈਂਟ ਗਰੁੱਪਸ। ਹੁਣ ਮੈਂ ਇਹ ਗੱਲ ਦੱਸਣਾ ਚਾਹੁੰਦੀ ਹਾਂ ਕਿ ਕੁਝ ਕੋਇਨਸ ਜਿਹੜੇ ਨੇ ਉਹ ਲੌਂਗ ਟਰਮ ਲਈ ਇੰਨੇ ਫਾਇਦੇਮੰਦ ਨਹੀਂ ਹੈਗੇ। ਇਸ ਕਰਕੇ ਇਹਦੇ ਵਿੱਚ ਬਹੁਤ ਇੰਪੋਰਟੈਂਟ ਹੈ ਕਿ ਜੇ ਤੁਸੀਂ ਬਿਟਕੋਇਨ ਜਾਂ ਕੋਈ ਵੀ ਕ੍ਰਿਪਟੋ ਕਰੰਸੀ ਇਨਵੈਸਟਮੈਂਟ ਦੇ ਵਿੱਚ ਜਾਓ, ਕਿ ਤੁਸੀਂ ਆਪਣੀ ਰਿਸਰਚ ਜ਼ਰੂਰ ਕਰੋ। ਤੁਸੀਂ ਇਹ ਵੇਖੋ ਕਿ ਕੋਇਨਸ ਕਿਵੇਂ ਇਸ਼ੂ ਹੁੰਦੇ ਨੇ ਤੇ ਰਿਸਰਚ ਕਿਵੇਂ ਕਰੀਦੀ ਹੈ ਇਹ ਕੋਇਨਸ ਦੀ। ਇਹ ਇੱਕ ਹੋਰ ਬਹੁਤ ਵੱਡਾ ਟੌਪਿਕ ਹੈਗਾ ਜਿਹਦੇ ਬਾਰੇ ਅਸੀਂ ਫਿਊਚਰ ਦੇ ਵਿੱਚ ਗੱਲ ਕਰ ਸਕਦੇ ਹਾਂ। But for now, this is the most popular and most common way Bitcoin ਦੇ ਨਾਲ ਪੈਸੇ ਬਣਾਉਣ ਦਾ। ਸੋ ਜੋ ਦੂਜਾ ਤਰੀਕਾ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦੀ ਹਾਂ, ਉਹ ਹੈ ਟ੍ਰੇਡਿੰਗ ਵਿਦ ਬਿਟਕੋਇਨ ਮਾਰਕੀਟਸ। ਤੇ ਇਹਨੂੰ ਬਹੁਤ ਹੀ ਮੁਨਾਫੇਮੰਦ ਸਮਝਿਆ ਜਾਂਦਾ ਹੈ, ਬਹੁਤ ਹੀ ਸੁਪੀਰੀਅਰ ਆਪਸ਼ਨ ਇਹਨੂੰ ਮੰਨਿਆ ਜਾਂਦਾ ਹੈ। ਤੇ ਇਹਦਾ ਮਤਲਬ ਹੈ ਕਿ ਤੁਸੀਂ ਰੋਜ਼ ਡੇ ਟੂ ਡੇ ਟ੍ਰੇਡਿੰਗ ਕਰ ਰਹੇ ਹੋ। ਤੇ ਕੁਝ ਲੋਕਾਂ ਦਾ ਇਹ ਫੁੱਲ ਟਾਈਮ ਕਰੀਅਰ ਵੀ ਹੁੰਦਾ ਹੈ। ਹੁਣ ਜਿਵੇਂ ਤੁਸੀਂ ਟ੍ਰੇਡਿੰਗ ਕਰ ਰਹੇ ਹੋ, ਇਹ ਸਟਾਕ ਮਾਰਕੀਟ ਤੇ ਫੋਰੈਕਸ ਮਾਰਕੀਟ ਦੇ ਨਾਲ ਬਹੁਤ ਹੀ ਸਿਮਿਲਰ ਤਰੀਕਾ ਹੈਗਾ, ਜਿੱਥੇ ਤੁਸੀਂ ਬਿਟਕੋਇਨ ਦੇ ਵੀ ਬਹੁਤ ਸਾਰੇ ਐਕਸਚੇਂਜਸ ਹੈਗੇ ਨੇ। ਐਕਸਚੇਂਜ ਹੋਇਆ ਜਿੱਥੇ ਜਿਹੜੇ ਲੋਕੀ ਬਿਟਕੋਇਨ ਨੂੰ ਵੇਚ ਰਹੇ ਨੇ ਸੈਲਰਸ, ਤੇ ਜਿਹੜੇ ਲੋਕੀ ਬਿਟਕੋਇਨ ਨੂੰ ਖਰੀਦ ਰਹੇ ਨੇ ਬਾਇਰਸ, ਉਹ ਆ ਕੇ ਇੱਕ ਐਕਸਚੇਂਜ 'ਤੇ ਮਿਲਦੇ ਨੇ। ਤੇ ਹੁਣ ਬਿਟਕੋਇਨ ਦੇ ਵੀ ਬਹੁਤ ਸਾਰੇ ਐਕਸਚੇਂਜ ਬਣ ਚੁੱਕੇ ਨੇ, ਜਿਵੇਂ ਬਾਈਨੈਂਸ, ਬਿਟਰੈਕਸ, ਬਿਟਫਿਨੈਕਸ। ਇਹ ਸਾਰੇ ਬਹੁਤ ਹੀ ਪੋਪੂਲਰ ਕ੍ਰਿਪਟੋ ਦੇ ਐਕਸਚੇਂਜਸ ਨੇ। ਤੇ ਇਟਸ ਸਿਮਿਲਰ ਹੈਗਾ ਤੁਹਾਡੇ ਨੋਰਮਲ ਸਟਾਕ ਐਕਸਚੇਂਜਸ ਨਾਲ। ਦੀ ਓਨਲੀ ਡਿਫਰੈਂਸ ਇਜ਼ ਕਿ ਜਿਹੜੇ ਤੁਹਾਡੇ ਸਟਾਕ ਐਕਸਚੇਂਜ ਨੇ ਉਹ ਰੈਗੂਲੇਟਡ ਨੇ, ਮਤਲਬ ਕਿ ਉਹਨਾਂ ਦੇ ਲਾਜ਼ ਬਣਾਏ ਹੋਏ ਨੇ ਗਵਰਨਮੈਂਟ ਨੇ ਬਹੁਤ ਸਾਰੇ, ਔਰ ਮੋਸਟਲੀ ਸਾਰੇ ਦੇਸ਼ਾਂ ਦੇ ਵਿੱਚ। ਫਿਰ ਜਿਹੜਾ ਕ੍ਰਿਪਟੋ ਹੈ, ਜਿਹੜਾ ਬਿਟਕੋਇਨ ਹੈ, ਉਹਦੀ ਜਿਹੜੀ ਟ੍ਰੇਡਿੰਗ ਮਾਰਕੀਟ ਹੈ, ਉਹਦੇ 'ਤੇ ਹੁਣੇ ਲਾਜ਼ ਇੰਨੇ ਨਹੀਂ ਬਣੇ। ਕੁਝ ਦੁਨੀਆ ਦੇ ਵਿੱਚ ਲੋਕ ਗਵਰਨਮੈਂਟਸ ਨੇ ਬਣਾਏ ਨੇ, ਕੁਝ ਨੇ ਨਹੀਂ ਬਣਾਏ, ਬਟ ਓਵਰਆਲ ਇਟਸ ਲਾਲੈਸ। ਤੇ ਇਹ ਦੋ ਡਿਫਰੈਂਸ ਹੈ ਤੁਹਾਡਾ ਫੋਰੈਕਸ ਟ੍ਰੇਡਿੰਗ ਵਿੱਚ ਤੇ ਨਾਰਮਲ ਬਿਟਕੋਇਨ ਟ੍ਰੇਡਿੰਗ ਵਿੱਚ, ਕਿ ਉਹਦੇ ਲਾਜ਼ ਇੱਥੇ ਨਹੀਂ ਹੈਗੇ। ਤੇ ਇਹਦਾ ਮਤਲਬ ਇਹ ਵੀ ਹੋ ਸਕਦਾ ਕਿ ਸ਼ਾਇਦ ਤੁਹਾਨੂੰ ਇੰਨੀ ਪ੍ਰੋਟੈਕਸ਼ਨ ਨਾ ਮਿਲੇ ਤੁਹਾਡੇ ਗਵਰਨਮੈਂਟ ਵੱਲੋਂ ਜੇ ਤੁਹਾਨੂੰ ਕੋਈ ਸਕੈਮ ਹੋ ਜਾਂਦਾ ਹੈ ਜਾਂ ਤੁਸੀਂ ਆਪਣੇ ਪੈਸੇ ਖੋਲੇ। But so far it is a very superior, very munafemand option.
ਨੰਬਰ 3 ਬਿਟਕੋਇਨ ਮਾਈਨਿੰਗ। ਹੁਣ ਬਿਟਕੋਇਨ ਮਾਈਨਿੰਗ ਦੇ ਬਾਰੇ ਤੁਸੀਂ ਜ਼ਰੂਰ ਸੁਣਿਆ ਹੋਏਗਾ ਬਿਕੋਜ਼ ਇਹ ਜਿਹੜਾ ਵਰਡ ਹੈ ਬਿਟਕੋਇਨ ਮਾਈਨਿੰਗ ਇਹ ਬਹੁਤ ਪਪੂਲਰ ਹੈ। ਨਾਲੇ ਮੈਂ ਇਹ ਵੀ ਵੇਖਿਆ ਸੀ ਜਦੋਂ ਮੈਂ ਸਰਚ ਕਰ ਰਹੀ ਸੀ ਕਿ ਪੰਜਾਬ ਦੇ ਵਿੱਚ ਲੋਕੀ ਕਿੰਨਾ ਕ੍ਰਿਪਟੋ ਕਰੰਸੀ ਨੂੰ ਸਰਚ ਕਰ ਰਹੇ ਨੇ ਗੂਗਲ ਤੇ ਕ੍ਰਿਪਟੋ ਮਾਈਨਿੰਗ ਦਾ ਜਿਹੜਾ ਸਰਚ ਵੋਲਿਊਮ ਸੀ ਉਹ ਬਹੁਤ ਜ਼ਿਆਦਾ ਸੀ ਤੇ ਅੰਮ੍ਰਿਤਸਰ ਤੋਂ ਬਹੁਤ ਆ ਰਿਹਾ ਸੀ। ਸੋ ਆਈ ਥਿੰਕ ਕਿ ਅੰਮ੍ਰਿਤਸਰ ਵਾਲੇ ਬਹੁਤ ਇੰਟਰਸਟਿਡ ਨੇ ਬਿਟਕੋਇਨ ਮਾਈਨਿੰਗ ਦੇ ਵਿੱਚ। ਬੇਸਿਕਲੀ ਜਿਵੇਂ ਤੁਹਾਡੇ ਬੈਂਕਸ ਦਾ ਸਰਵਰ ਹੁੰਦਾ ਹੈ ਜਿੱਥੇ ਸਾਰੀ ਇਨਫੋਰਮੇਸ਼ਨ ਸਟੋਰ ਹੈ, ਸਰਵਰ ਜਿਹੜਾ ਉਹਨਾਂ ਦਾ ਸਿਸਟਮ ਹੈ, ਠੀਕ ਹੈ, ਇੱਦਾਂ ਹੀ ਬਿਟਕੋਇਨ ਦਾ ਵੀ ਇੱਕ ਸਰਵਰ ਹੈ, ਉਹਨਾਂ ਦਾ ਵੀ ਸਿਸਟਮ ਹੈ। ਤੁਹਾਨੂੰ ਆਪਣੀ ਲਾਸਟ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਜਿਹੜਾ ਬਿਟਕੋਇਨ ਦਾ ਸਰਵਰ ਹੈ ਉਹ ਡੀਸੈਂਟਰਲਾਈਜ਼ਡ ਹੈ, ਉਹ ਇੱਕ ਥਾਂ ਤੇ ਨਹੀਂ ਹੈਗਾ, ਉਹ ਬਹੁਤ ਸਾਰੇ ਲੱਖਾਂ ਹਜ਼ਾਰਾਂ ਕੰਪਿਊਟਰਸ ਤੇ ਹੈਗਾ ਜਿਹੜੀ ਪੂਰੀ ਦੁਨੀਆ ਦੇ ਵਿੱਚ ਫੈਲੇ ਹੋਏ ਨੇ। ਤੇ ਉਹ ਸਿਸਟਮ ਨੂੰ ਚਲਾਉਣ ਲਈ ਤੇ ਬਿਟਕੋਇਨਸ ਨੂੰ ਜਨਰੇਟ ਕਰਨ ਲਈ ਤੇ ਜਿਹੜੇ ਬਿਟਕੋਇਨ ਦੇ ਪੇਮੈਂਟਸ ਹੋ ਰਹੇ ਨੇ ਉਹਨਾਂ ਨੂੰ ਵੈਰੀਫਾਈ ਕਰਨ ਲਈ ਜਿਹੜੇ ਮਾਈਨਰਸ ਨੇ ਬਿਟਕੋਇਨ ਮਾਈਨਰਸ ਉਹ ਸਿਸਟਮ ਚਲਾਉਂਦੇ ਨੇ, ਠੀਕ ਹੈ। ਤੇ ਹੁਣ ਬਹੁਤ ਸਾਰੇ ਲੋਕੀ ਨੇ ਜਿਹੜੇ ਇੰਟਰਸਟਿਡ ਨੇ ਕਿ ਅਸੀਂ ਆਪਣਾ ਬਿਟਕੋਇਨ ਮਾਈਨਿੰਗ ਕਿਵੇਂ ਚਲਾਈਏ। ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦੀ ਹਾਂ ਕਿ ਬਿਟਕੋਇਨ ਜੇ ਤੁਸੀਂ ਜਦੋਂ 2009 ਦੇ ਵਿੱਚ ਸ਼ੁਰੂ ਹੋਇਆ ਸੀ ਉਦੋਂ ਜਿਹੜੇ ਬਿਟਕੋਇਨ ਮਾਈਨਰਸ ਸੀ ਉਹ ਇਕੱਲੇ ਆਪਣਾ ਇੱਕ ਕੰਪਿਊਟਰ ਤੇ ਜਾਂ 2-3 ਕੰਪਿਊਟਰ ਰੱਖ ਲਏ, ਉਹਦੇ ਤੇ ਬਹੁਤ ਸਾਰੇ ਉਹ ਪੈਸੇ ਬਣਾ ਰਹੇ ਸੀ ਕਿਉਂਕਿ ਉਦੋਂ ਇੰਨੀ ਡਿਮਾਂਡ ਨਹੀਂ ਸੀ ਤੇ ਇੰਨੇ ਜ਼ਿਆਦਾ ਡਿਮਾਂਡ ਦੀ ਗੱਲ ਨਹੀਂ, ਉਦੋਂ ਇੰਨੀ ਜ਼ਿਆਦਾ ਕੰਪੀਟੀਸ਼ਨ ਨਹੀਂ ਹੈਗਾ ਸੀ, ਠੀਕ ਹੈ। ਹੁਣ ਕੰਪੀਟੀਸ਼ਨ ਬਹੁਤ ਆ ਗਿਆ ਤੇ ਹੁਣ ਕੀ ਹੋ ਗਿਆ ਜਦੋਂ ਤੋਂ 2017 ਤੋਂ ਇੰਨਾ ਬਿਟਕੋਇਨ ਦਾ ਪ੍ਰਾਈਸ ਵੱਧ ਗਿਆ ਉਦੋਂ ਤੋਂ ਚਾਈਨਾ ਨੇ, ਰਸ਼ੀਆ ਨੇ ਤੇ ਮਲੇਸ਼ੀਆ ਨੇ ਬਹੁਤ ਵੱਡੇ ਬਿਟਕੋਇਨ ਮਾਈਨਿੰਗ ਦੇ ਫਾਰਮਸ ਸ਼ੁਰੂ ਕਰਤੇ ਨੇ। ਤੇ ਬਿਟਕੋਇਨ ਮਾਈਨਿੰਗ ਦਾ ਫਾਰਮ ਮਤਲਬ ਲੱਖਾਂ ਹਜ਼ਾਰਾਂ ਕੰਪਿਊਟਰ ਦਾ ਇੱਕ ਫਾਰਮ ਹੈ ਜਿੱਥੇ ਬਿਟਕੋਇਨਸ ਜਨਰੇਟ ਹੋ ਰਹੇ ਨੇ। ਤੇ ਜਿਹੜੇ ਇਹ ਮਾਈਨਰਸ ਨੇ ਜਦੋਂ ਇਹ ਪੇਮੈਂਟਸ ਨੂੰ ਵੈਰੀਫਾਈ ਕਰਦੇ ਨੇ, ਜਦੋਂ ਸਿਸਟਮ ਨੂੰ ਚਲਾਉਂਦੇ ਨੇ, ਐਜ਼ ਅ ਰਿਵਾਰਡ, ਐਜ਼ ਅ ਪ੍ਰਾਈਜ਼ ਉਹਨਾਂ ਨੂੰ ਬਿਟਕੋਇਨ ਮਿਲਦਾ ਹੈ, ਠੀਕ ਹੈ। ਤੇ ਹੁਣ ਜੇ ਤੁਸੀਂ ਸੋਚ ਰਹੇ ਹੋ ਕਿ ਅਸੀਂ ਵੀ ਆਪਣਾ ਮਾਈਨਿੰਗ ਸ਼ੁਰੂ ਕਰੀਏ ਤੇ ਜੇ ਤੁਸੀਂ ਐਜ਼ ਅ ਵਨ ਕੰਪਿਊਟਰ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਹੋ, ਐਜ਼ ਅ ਸੋਲ ਇਕੱਲਾ ਬੰਦਾ, ਤੇ ਤੁਸੀਂ ਜੇ ਕੰਪੀਟ ਕਰ ਰਹੇ ਹੋ ਅਗੇਂਸਟ ਚਾਈਨਾ, ਰਸ਼ੀਆ, ਤੇ ਉਹਦੇ ਨਾਲ ਸ਼ਾਇਦ ਤੁਹਾਨੂੰ ਇੰਨਾ ਮੁਨਾਫਾ ਨਾ ਹੋਏ ਕਿਉਂਕਿ ਬਹੁਤ ਕੰਪੀਟੀਸ਼ਨ ਹੁਣ ਵੱਧ ਗਿਆ। ਮੁਨਾਫਾ ਤੁਸੀਂ ਕਿੱਥੇ ਵੇਖੋਗੇ ਕ੍ਰਿਪਟੋ ਮਾਈਨਿੰਗ ਦਾ? ਜੇ ਤੁਸੀਂ ਆਪਣੀ ਮਾਈਨਿੰਗ ਫਾਰਮ ਸ਼ੁਰੂ ਕਰੋ। ਤੇ ਬਹੁਤ ਸਾਰੇ ਮਾਈਨਿੰਗ ਫਾਰਮਸ ਜਿਹੜੇ ਨੇ ਉਹ ਇਹ ਵੀ ਕਰਦੇ ਨੇ ਕਿ ਉਹ ਸਿਰਫ ਇੱਕ ਬਿਟਕੋਇਨ ਨੂੰ ਜਿਵੇਂ ਮੰਨ ਲਓ ਮਾਈਨ ਨਹੀਂ ਕਰਨਗੇ, ਜਦੋਂ ਫਾਰਮ ਉਹਨਾਂ ਨੇ ਸ਼ੁਰੂ ਕਰ ਲਿਆ ਤੇ ਨਾਲ ਉਹ ਹੋਰ ਵੀ ਕੁਝ ਕ੍ਰਿਪਟੋ ਕਰੰਸੀ ਜਿਵੇਂ ਡੈਸ਼ ਉਹਨਾਂ ਨੂੰ ਵੀ ਮਾਈਨ ਕਰਦੇ ਨੇ। ਤਾਂ ਇਹ ਨਹੀਂ ਕਿ ਸਿਰਫ ਇੱਕ ਹੀ ਕ੍ਰਿਪਟੋ ਕਰੰਸੀ ਨੂੰ ਮਾਈਨ ਕਰਦੇ ਨੇ, ਹੋਰ ਵੀ ਬਹੁਤ ਸਾਰੀ ਕ੍ਰਿਪਟੋ ਕਰੰਸੀਜ਼ ਦਾ ਮਾਈਨ ਕਰਦੇ ਨੇ ਤਾਂ ਕਿ ਉਹਨਾਂ ਦਾ ਪੂਰਾ ਜਿਹੜਾ ਪੋਰਟਫੋਲੀਓ ਹੈ ਉਹ ਸਪਰੈਡ ਹੈਗਾ, ਬਹੁਤ ਸਾਰੇ ਡਿਫਰੈਂਟ ਆਪਸ਼ਨਸ ਹੈਗੇ ਨੇ। ਤੇ ਜੇ ਤੁਸੀਂ ਕ੍ਰਿਪਟੋ ਕਰੰਸੀ ਮਾਈਨਿੰਗ ਦੇ ਵਿੱਚ ਇੰਟਰਸਟਿਡ ਹੋ ਕਿ ਮੈਂ ਹੋਰ ਕਿਵੇਂ ਜਾਣਾ, ਅਸੀਂ ਕਿਵੇਂ ਫਾਰਮ ਸ਼ੁਰੂ ਕਰੀਏ, ਤੇ ਪਲੀਜ਼ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਮੈਂ ਉਹਦਾ ਆਈ'll ਮੇਕ ਸ਼ੋਰ ਕਿ ਮੈਂ ਉਹਦੀ ਇੱਕ ਹੋਰ ਪ੍ਰੋਪਰ ਵੀਡੀਓ ਬਣਾਵਾਂ ਜਿਹਦੇ ਵਿੱਚ ਤੁਹਾਨੂੰ ਮੈਂ ਦੱਸਾਂ ਕਿ ਕ੍ਰਿਪਟੋ ਮਾਈਨਿੰਗ ਕਿਵੇਂ ਕੰਮ ਕਰਦੀ ਹੈ। ਨੰਬਰ 4 ਲੈਂਡਿੰਗ ਬਿਟਕੋਇਨ, ਜਾਂ ਤੁਸੀਂ ਇਹਨੂੰ ਇਹ ਵੀ ਕਹਿ ਸਕਦੇ ਹੋ ਕਿ ਬਿਟਕੋਇਨ ਨੂੰ ਗਿਰਵੀ ਰੱਖਣਾ। ਹੁਣ ਜਿਵੇਂ ਪੁਰਾਣੀ ਹਿੰਦੀ ਪਿਕਚਰਾਂ ਦੇ ਵਿੱਚ ਤੁਸੀਂ ਸੀਨ ਵੇਖਦੇ ਹੋ ਕਿ ਇੱਕ ਜਨਾਨੀ ਹੈ ਬਹੁਤ ਹੀ मूवी एकदम सैड हो गई है, पता नहीं ਉਹਦੇ ਘਰ ਸ਼ਾਇਦ ਕਿਸੇ ਦੀ ਡੈਥ ਹੋ ਗਈ ਹੈ, ਉਹ एकदम ਗਰੀਬ ਹੋ ਗਈ ਹੈ तो ਆਪਣੇ ਉਹਨੇ ਗਹਿਣੇ ਲਾਣੇ ਸ਼ੁਰੂ ਕਰਤੇ ਤੇ ਉਹ ਫਿਰ ਇੱਕ ਦੁਕਾਨ ਦੇ ਵਿੱਚ ਜਾਂਦੀ ਹੈ ਤੇ ਆਪਣੇ ਗਹਿਣੇ ਗਿਰਵੀ ਰੱਖਦੀ ਹੈ। ਫਿਰ ਉਹ ਸੇਠ ਕੋਈ ਬੈਠਾ ਹੁੰਦਾ ਹੈ, ਉਹਨੂੰ ਪੈਸੇ ਦਿੰਦਾ ਹੈ ਤੇ ਫਿਰ ਉਹ ਪੈਸੇ ਯੂਜ਼ ਕਰਦੀ ਹੈ। ਤੇ ਬੇਸਿਕਲੀ ਇੱਦਾਂ ਹੀ ਤੁਸੀਂ ਆਪਣੇ ਬਿਟਕੋਇਨ ਨੂੰ ਵੀ ਲੈਂਡ ਕਰ ਸਕਦੇ ਹੋ, ਮਤਲਬ ਉਹਨੂੰ ਗਿਰਵੀ ਰੱਖ ਸਕਦੇ ਹੋ। ਬਿਟਕੋਇਨ ਨੂੰ ਤੁਸੀਂ ਗਿਰਵੀ ਰੱਖ ਕੇ ਹਾਈ ਇੰਟਰਸਟ ਰੇਟ ਤੇ ਬੜੇ ਚੀਪ ਤੁਹਾਨੂੰ ਸਸਤੇ ਲੋਨਸ ਮਿਲ ਸਕਦੇ ਨੇ, ਪਰ ਓਬਵੀਅਸਲੀ ਇਹਦੇ ਵਿੱਚ ਰਿਸਕ ਵੀ ਬਹੁਤ ਹੁੰਦਾ ਹੈ। ਤੇ ਇਹ ਤਰੀਕਾ ਵੀ ਬਹੁਤ ਹੁਣ ਪਪੂਲਰ ਹੋਣਾ ਸ਼ੁਰੂ ਹੋ ਗਿਆ ਹੈ। ਤੇ ਇਹਦਾ ਮਤਲਬ ਇਹ ਹੈ ਕਿ ਤੁਸੀਂ ਆਪਣੀ ਬਿਟਕੋਇਨ ਪੂਰੀ ਤਰ੍ਹਾਂ ਤੋਂ ਵੇਚ ਨਹੀਂ ਰਹੇ, ਬਸ ਉਹਨੂੰ ਗਿਰਵੀ ਰੱਖ ਰਹੇ ਹੋ ਤੇ ਜਦੋਂ ਪੈਸੇ ਤੁਸੀਂ ਵਾਪਸ ਉਹਨਾਂ ਨੂੰ ਵਾਪਸ ਕਰ ਦਿਓ ਤੇ ਤੁਸੀਂ ਯੂ ਕੈਨ ਟੇਕ ਦੈਟ ਬਿਟਕੋਇਨ ਬੈਕ। ਤੇ ਸ਼ਾਰਟ, ਕੁਇਕ, ਬਟ ਆਲਸੋ ਸਮਥਿੰਗ ਜਿਹੜੇ ਲੋਕ ਯੂਜ਼ ਕਰ ਰਹੇ ਨੇ, ਜਿਨ੍ਹਾਂ ਦਾ ਬਿਟਕੋਇਨ ਉੱਤੇ ਬੈਠਾ ਹੋਇਆ ਤੇ ਉਹਨਾਂ ਨੂੰ ਪੈਸੇ ਦੀ ਲੋੜ ਹੈ ਤੇ ਇੰਸਟੈਡ ਆਫ ਸੈਲਿੰਗ ਇਟ ਬਿਟਕੋਇਨ ਦੇ ਬਲ ਤੇ ਲੋਨ ਲੈ ਰਹੇ ਨੇ। ਨੋਟ ਸਮਥਿੰਗ ਆਈ ਵੁੱਡ, ਮੈਂ ਵੈਸੇ ਲੋਨ ਦਾ ਇੰਨਾ ਮੈਂ ਰეკਮੈਂਡ ਨਹੀਂ, ਮੇਰਾ ਆਪਣਾ ਕਹਿਣਾ ਹੈ ਕਿ ਮੈਂ ਲੋਨਸ ਦੇ ਵੱਲ ਇੰਨਾ ਨਹੀਂ ਮੈਨੂੰ ਸ਼ੌਕ ਹੈਗਾ ਲੋਨਸ ਦਾ। Guys,
ਇਹ ਹੁਣ ਜਿਹੜੀ ਬਿਟਕੋਇਨ ਦੀ ਇੰਡਸਟਰੀ ਹੈ ਤੇ ਨਾਲ ਹੁਣ ਜਿਹੜੇ ਬਿਟਕੋਇਨ ਦੀ ਜਿਹੜੀ ਟੈਕਨੋਲੋਜੀ ਹੈ ਜਿਹਦੇ ਕਾਰਨ ਉਹਨੂੰ ਕੋਈ ਹਕੂਮਤ ਨਹੀਂ ਚਲਾਉਂਦੀ, ਜਿਹਦੇ ਕਾਰਨ ਉਹ ਆਪਣੇ ਆਪ ਚੱਲ ਰਹੀ ਹੈ ਬਲੌਕਚੇਨ, ਇਹ ਇੰਡਸਟਰੀ ਜਿਹੜੀ ਹੈ ਇਹ ਇੰਨੀ ਨਵੀਂ ਇੰਡਸਟਰੀ ਹੈਗੀ ਹੈ ਤੇ ਇੰਨੀ ਡਿਮਾਂਡ ਦੇ ਵਿੱਚ ਹੈਗੀ ਹੈ ਕਿ ਜਿਹੜੇ ਇੰਜੀਨੀਅਰਸ ਨੇ ਜਾਂ ਜਿਹੜੇ ਡਿਵੈਲਪਰਸ ਨੇ ਜਿਨ੍ਹਾਂ ਨੂੰ ਬਲੌਕਚੇਨ ਦੀ ਕੋਡਿੰਗ ਆਉਂਦੀ ਹੈ ਤੇ ਲੈਂਗੁਏਜ ਆਉਂਦੀ ਹੈ ਤੇ ਉਹ ਕੋਡਿੰਗ ਦੇ ਨਾਲ ਉਹ ਪ੍ਰੋਡਕਟਸ ਬਣਾ ਰਹੇ ਨੇ, ਬਲੌਕਚੇਨ ਦੀ ਹੋਰ ਡਿਵੈਲਪਮੈਂਟ ਕਰ ਰਹੇ ਨੇ, ਇਹ ਚੀਜ਼ ਦਾ ਬਹੁਤ ਜ਼ਿਆਦਾ ਹੁਣੇ ਡਿਮਾਂਡ ਹੈ। ਤੇ ਮੈਂ ਤੁਹਾਨੂੰ ਇਹ ਗੱਲ ਵੀ ਦੱਸਣਾ ਚਾਹੁੰਦੀ ਹਾਂ ਕਿ ਜਿਹੜੇ ਬਲੌਕਚੇਨ ਡਿਵੈਲਪਰਸ ਨੇ ਉਹ ਹੁਣੇ ਦੁਨੀਆ ਦੇ ਵਿੱਚ ਹਾਈਐਸਟ ਪੇਇੰਗ ਇੰਜੀਨੀਅਰਸ ਤੇ ਡਿਵੈਲਪਰਸ ਹੈਗੇ ਨੇ, ਬਿਕੋਜ਼ ਉਹਨਾਂ ਦੀ ਡਿਮਾਂਡ ਬਹੁਤ ਹੈ ਪਰ ਡਿਵੈਲਪਰਸ ਇੰਨੇ ਹੈਗੇ ਨਹੀਂ ਹੈ। Number 6, investing in Bitcoin ਜਾਂ blockchain startup। ਹੁਣ ਜਦੋਂ ਇੰਟਰਨੈਟ ਸ਼ੁਰੂ ਹੋਇਆ ਸੀ 90s ਦੇ ਵਿੱਚ ਤੇ ਉਦੋਂ ਸਟਾਰਟਅਪ ਦੀ ਜਿਹੜੀ ਦੁਨੀਆ ਹੈ ਉਹਦੇ ਵਿੱਚ ਬਹੁਤ ਬੂਮ, we saw a lot of boom in that industry। ਉਹ ਇੰਡਸਟਰੀ ਇੱਕਦਮ ਹੀ ਪਤਾ ਨਹੀਂ ਕਿੱਥੋਂ ਆ ਗਈ ਤੇ ਆ ਕੇ ਇੰਨੀ ਵੱਧ ਗਈ ਤੇ ਹੁਣ ਇੰਨੀ ਜ਼ਿਆਦਾ ਉਹ ਇੰਡਸਟਰੀ ਵੱਧ ਗਈ ਕਿ ਹੁਣ ਦੁਨੀਆ ਦੇ ਜਿਹੜੇ ਸਭ ਤੋਂ ਅਮੀਰ ਕੰਪਨੀਜ਼ ਨੇ ਉਹ ਟੈਕਨੋਲੋਜੀ ਦੇ ਨੇ। ਫੇਸਬੁੱਕ ਨੂੰ ਵੇਖ ਲਓ, ਮਾਈਕਰੋਸੌਫਟ ਨੂੰ ਵੇਖ ਲਓ, ਗੂਗਲ ਨੂੰ ਵੇਖ ਲਓ, ਇਹ ਬਿਲੀਅਨ ਡਾਲਰਸ ਦੀ ਕੰਪਨੀਜ਼ ਨੇ, ਰਾਈਟ। ਤੇ ਜਿਵੇਂ ਜਦੋਂ ਇੰਟਰਨੈਟ ਸ਼ੁਰੂ ਹੋਇਆ ਸੀ ਤੇ ਇੰਨੇ ਸਾਰੇ ਸਟਾਰਟਅਪ ਸ਼ੁਰੂ ਹੋ ਗਏ ਸੀ, ਇੱਦਾਂ ਹੀ ਹੁਣ ਜਿਵੇਂ ਬਲੌਕਚੇਨ ਤੇ ਬਿਟਕੋਇਨ ਦੀ ਜਿਹੜੀ ਇੰਡਸਟਰੀ ਸ਼ੁਰੂ ਹੋਈ ਹੈ ਇਹਦੇ ਨਾਲ ਵੀ ਇੱਕ ਬਹੁਤ ਵੱਡਾ ਬੂਮ 2017 ਤੋਂ ਸ਼ੁਰੂ ਹੋ ਗਿਆ ਹੈ ਤੇ ਇਸ ਕਰਕੇ ਇਹਦੇ ਵਿੱਚ ਇੰਨੀਆਂ ਹੁਣ ਨਵੇਂ ਆਈਡੀਆਜ਼ ਆ ਰਹੇ ਨੇ ਕਿ ਅਸੀਂ ਜਿਹੜੀ ਬਿਟਕੋਇਨ ਦੀ ਟੈਕਨੋਲੋਜੀ ਹੈ ਬਲੌਕਚੇਨ, ਉਹ ਟੈਕਨੋਲੋਜੀ ਨੂੰ ਅਸੀਂ ਮੈਡੀਕਲ ਫੀਲਡ ਦੇ ਵਿੱਚ ਕਿਵੇਂ ਯੂਜ਼ ਕਰ ਸਕਦੇ ਹਾਂ, ਉਹਨੂੰ ਲੌਜਿਸਟਿਕਸ ਦੀ ਫੀਲਡ ਦੇ ਵਿੱਚ ਕਿਵੇਂ ਯੂਜ਼ ਕਰ ਸਕਦੇ ਹਾਂ, ਉਹਨੂੰ ਲਾਅ ਜਾਂ ਫਾਈਨੈਂਸ ਜਾਂ ਸਟਾਰਟਅਪ ਜਾਂ ਐਂਟਰਟੇਨਮੈਂਟ ਇਹੋ ਜਿਹੇ ਫੀਲਡਸ ਦੇ ਵਿੱਚ ਅਸੀਂ ਕਿਵੇਂ ਇਹ ਟੈਕਨੋਲੋਜੀ ਨੂੰ ਯੂਜ਼ ਕਰ ਸਕਦੇ ਹਾਂ। ਤਾਂ ਨਵੇਂ ਜਿਵੇਂ ਆਈਡੀਆਜ਼ ਬਣਨੇ ਸ਼ੁਰੂ ਹੋ ਗਏ ਨੇ ਉੱਦਾਂ ਹੀ ਨਵੇਂ ਸਟਾਰਟਅਪਸ ਆਉਣੇ ਸ਼ੁਰੂ ਹੋ ਗਏ ਨੇ ਤੇ ਇਹਦਾ ਮਤਲਬ ਹੈ ਕਿ ਬਹੁਤ ਸਾਰੇ ਲੋਕੀ ਹੁਣ ਉਹ ਸਟਾਰਟਅਪਸ ਦੇ ਵਿੱਚ ਵੀ ਇਨਵੈਸਟ ਕਰ ਰਹੇ ਨੇ। ਤੇ ਇਹ ਸਟਾਰਟਅਪਸ ਦੇ ਵਿੱਚ ਇਨਵੈਸਟ ਕਰਨਾ ਬਹੁਤ ਸਾਰੇ ਤਰੀਕਿਆਂ ਨਾਲ ਤੁਸੀਂ ਇਨਵੈਸਟ ਕਰ ਸਕਦੇ ਹੋ। ਜੇ ਤੁਸੀਂ ਇੱਕ ਇੰਡਸਟਰੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ, ਜੇ ਤੁਹਾਨੂੰ ਥੋੜਾ ਐਕਸਪੀਰੀਅੰਸ ਹੈ ਸਟਾਰਟਅਪ ਦੇ ਵਿੱਚ ਇਨਵੈਸਟ ਕਰਨ ਦਾ ਤੇ ਤੁਹਾਡੇ ਕੋਲ ਮਤਲਬ ਕੈਪੀਟਲ ਹੈਗੀ, ਤੁਹਾਡੇ ਕੋਲ ਪੈਸਾ ਹੈਗਾ ਕਿ ਜਿਹੜਾ ਤੁਸੀਂ ਇਨਵੈਸਟ ਕਰ ਸਕਦੇ ਹੋ ਤੇ ਅ ਲੋਟ ਆਫ ਥੀਸ ਪੀਪਲ ਯੂਜੂਅਲੀ अर्ਲੀ ਸਟੇਜ ਇਨਵੈਸਟਰਸ ਬਣਦੇ ਨੇ ਜਿਹਦੇ ਵਿੱਚ ਉਹ ਬਹੁਤ they're probably one of the first ones ਜਿਹੜੇ ਉਹ ਆਈਡੀਆ ਦੇ ਵਿੱਚ ਇਨਵੈਸਟ ਕਰਦੇ ਨੇ ਤੇ ਯੂਜੂਅਲੀ ਉਹ ਇਨਵੈਸਟਮੈਂਟ ਲਈ ਕੰਪਨੀ ਦੇ ਵਿੱਚ ਸ਼ੇਅਰ ਲੈਂਦੇ ਨੇ, ਐਕੁਇਟੀ ਲੈਂਦੇ ਨੇ, ਹਿੱਸਾ ਲੈਂਦੇ ਨੇ ਤੇ ਜੇ ਤੁਹਾਡਾ ਤੇ ਪਰ ਯੂਜੂਅਲੀ ਉਹਨਾਂ ਨੂੰ ਬਹੁਤ ਜ਼ਿਆਦਾ ਇਨਵੈਸਟ ਕਰਨਾ ਪੈਂਦਾ ਹੈ, ਠੀਕ ਹੈ। ਤੇ ਜੇ ਤੁਸੀਂ ਇੰਨਾ ਜ਼ਿਆਦਾ ਇਨਵੈਸਟ ਨਹੀਂ ਕਰ ਸਕਦੇ ਕਿਉਂਕਿ ਤੁਹਾਡੇ ਕੋਲ ਇੰਨਾ ਪੈਸਾ ਨਹੀਂ ਹੈਗਾ ਜਾਂ ਤੁਹਾਨੂੰ ਇੰਨਾ ਤੁਸੀਂ ਰਿਸਕ ਨਹੀਂ ਲੈਣਾ ਚਾਹੁੰਦੇ ਇੰਨਾ ਸਾਰਾ ਪੈਸਾ ਪਾ ਕੇ, ਤੇ ਤੁਸੀਂ ਥੋੜੀ ਬਾਅਦ ਦੀ ਸਟੇਜ ਦੇ ਵਿੱਚ ਵੀ ਆ ਕੇ ਇਨਵੈਸਟ ਕਰ ਸਕਦੇ ਹੋ। ਪਹਿਲਾ ਸਟੇਜ ਹੁੰਦੀ ਹੈ ਜਿਹਦੇ ਵਿੱਚ ਇਨਵੈਸਟਰਸ ਵਗੈਰਾ ਜਿਹੜੇ अर्ਲੀ ਸਟੇਜ ਇਨਵੈਸਟਰਸ ਨੇ ਉਹ ਆ ਕੇ ਪੈਸਾ ਪਾਉਂਦੇ ਨੇ, ਬਹੁਤ ਸਾਰਾ ਪਾਉਂਦੇ ਨੇ ਤੇ ਨਾਲ ਫਿਰ ਜਿਵੇਂ ਕੰਪਨੀ ਦੇ ਵਿੱਚ ਹਿੱਸਾ ਲੈਂਦੇ ਨੇ, ਪਰਸੈਂਟੇਜ ਲੈਂਦੇ ਨੇ ਤੇ ਉਹਦੇ ਬਾਅਦ ਜਿਹੜੇ ਇਨਵੈਸਟਰਸ ਆਉਂਦੇ ਨੇ ਉਹ ਆਉਂਦੇ ਨੇ ਕਿ ਥੋੜਾ ਘੱਟ ਇਨਵੈਸਟ ਕਰ ਰਹੇ ਨੇ ਪਰ ਫਿਰ ਉਹਨਾਂ ਨੂੰ ਜਿਵੇਂ ਕੰਪਨੀ ਦੇ ਵਿੱਚ ਸ਼ਾਇਦ ਹਿੱਸਾ ਨਾ ਮਿਲੇ, ਉਹਨਾਂ ਨੂੰ ਸ਼ਾਇਦ ਜਿਹੜੇ ਸਟਾਰਟਅਪ ਦੇ ਟੋਕਨ ਲੈ ਰਹੇ ਨੇ ਜਾਂ ਜਿਹੜਾ ਉਹਨਾਂ ਨੂੰ ਸਿਰਫ ਸ਼ਾਇਦ ਪ੍ਰੋਫਿਟ ਦਾ ਹਿੱਸਾ ਮਿਲੇ ਪਰ ਕੰਪਨੀ ਦੇ ਵਿੱਚ ਹਿੱਸਾ ਨਾ ਮਿਲੇ ਤੇ ਇੱਦਾਂ ਜਿਵੇਂ ਤੁਸੀਂ ਘੱਟ ਇਨਵੈਸਟ ਕਰਨਾ ਸ਼ੁਰੂ ਕਰ ਦਿਓ ਉੱਦਾਂ ਤੁਹਾਨੂੰ ਡਿਸਕਾਊਂਟ ਘੱਟ ਮਿਲਦੇ ਨੇ ਜਾਂ ਤੁਹਾਨੂੰ ਹਿੱਸਾ ਮਤਲਬ ਇੱਕਦਮ ਚਲਾ ਜਾਂਦਾ। ਸੋ ਇਟ ਡਿਪੈਂਡਸ ਕਿ ਤੁਸੀਂ ਕਿਹੜੇ ਸਟੇਜ ਤੇ ਆ ਰਹੇ ਹੋ ਤੇ ਓਬਵੀਅਸਲੀ ਗਾਇਜ਼ ਜੋ ਵੀ ਹੁਣ ਤੁਹਾਨੂੰ ਇਹ ਜ਼ਰੂਰ ਹਮੇਸ਼ਾ ਯਾਦ ਰੱਖੋ ਕਿ ਜਿਹੜੇ ਸਟਾਰਟਅਪਸ ਨੇ ਬਹੁਤ ਸਾਰੇ ਸਟਾਰਟਅਪਸ ਆਉਂਦੇ ਨੇ ਬਟ ਉਹਨਾਂ ਦੇ ਵਿੱਚੋਂ ਸਿਰਫ 1 ਜਾਂ 2% ਜਿਹੜੀਆਂ ਸਟਾਰਟਅਪਸ ਨੇ ਉਹ ਐਕਚੁਅਲੀ ਅੱਗੇ ਜਾ ਕੇ ਬਹੁਤ ਵੱਡੀਆਂ ਕੰਪਨੀਜ਼ ਤੇ ਬਹੁਤ ਮੁਨਾਫੇ ਵਾਲੀਆਂ ਕੰਪਨੀਜ਼ ਬਣਦੀਆਂ ਨੇ। ਇਹਦਾ ਮਤਲਬ ਹੈ ਕਿ ਜਿੰਨੇ ਵੀ ਇਹ 99% ਆਫ ਸਟਾਰਟਅਪਸ ਨੇ ਇਹ ਨਹੀਂ ਚੱਲ ਸਕਦੇ ਐਂਡ ਦੈਟਸ ਬਿਕੋਜ਼ ਤੁਹਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਸਾਰੇ ਬਿਗਿਨਿੰਗ ਨਵੇਂ ਆਈਡੀਆ ਨੇ ਤੇ ਹਰ ਇੱਕ ਆਈਡੀਆ ਤੇ ਹੁਣ ਚੱਲ ਨਹੀਂ ਸਕਦਾ ਤੇ ਜਿਹੜੇ ਕਦੀ ਜਿਹੜੇ ਸਟਾਰਟਅਪਸ ਤੇ ਜਿਹੜੇ ਲੋਕੀ ਸਟਾਰਟਅਪਸ ਖੋਲ ਰਹੇ ਨੇ ਉਹਨਾਂ ਨੂੰ ਵੀ ਬਹੁਤ ਮੋਸਟ ਆਫ ਦ ਟਾਈਮਸ ਇਹਨਾਂ ਤਜਰਬਾ ਨਹੀਂ ਹੁੰਦਾ, ਕੁਝ ਨੂੰ ਹੁੰਦਾ ਕੁਝ ਨਹੀਂ ਹੁੰਦਾ
ਤੇ ਬਹੁਤ ਸਾਰੇ ਰੀਜ਼ਨਸ ਹੁੰਦੇ ਨੇ ਜਿਹਦੇ ਨਾਲ 99% ਆਫ ਸਟਾਰਟਅਪਸ ਜਿਹੜੀਆਂ ਨੇ ਫੇਲ ਹੁੰਦੀਆਂ ਨੇ। ਇਸ ਕਰਕੇ ਜੇ ਤੁਸੀਂ ਸਟਾਰਟਅਪ ਇਨਵੈਸਟਮੈਂਟ ਦੇ ਵਿੱਚ ਵੇਖ ਰਹੇ ਹੋ ਤੇ ਆਬਵੀਅਸਲੀ ਆਪਣੀ ਪੂਰੀ ਰਿਸਰਚ ਕਰੋ। ਤੇ ਜੇ ਇਹਦੇ ਉੱਤੇ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ ਕਿ ਕੀ ਡਿਫਰੈਂਟ ਸਟੇਜਸ ਹੁੰਦੇ ਨੇ ਸਟਾਰਟਅਪ ਦੇ, ਜਿਵੇਂ ਉਹ ਪੈਸਾ ਰੇਜ਼ ਕਰ ਰਹੇ ਨੇ ਤੇ ਕਿਹੋ ਪ੍ਰਕਾਰ ਦੇ ਇਨਵੈਸਟਰਸ ਹੁੰਦੇ ਨੇ, ਦੈਨ ਪਲੀਜ਼ ਕਮੈਂਟਸ ਦੇ ਵਿੱਚ ਮੈਨੂੰ ਜ਼ਰੂਰ ਦੱਸਿਓ ਤੇ ਇਹਦੇ ਉੱਤੇ ਮੈਂ ਡੈਫੀਨਿਟਲੀ ਇੱਕ ਵੀਡੀਓ ਬਣਾਵਾਂਗੀ। Number 7 is accepting Bitcoin as a payment for your business। ਇਹਦਾ ਮਤਲਬ ਹੈ ਕਿ ਜੇ ਤੁਹਾਡਾ ਕੋਈ ਈ-ਕਾਮਰਸ ਦਾ ਬਿਜ਼ਨਸ ਹੈ, ਆਨਲਾਈਨ ਬਿਜ਼ਨਸ ਹੈ, ਜਾਂ ਈਵਨ ਜੇ ਤੁਹਾਡਾ ਕੋਈ ਜਿਵੇਂ ਨਾਰਮਲ ਸਟੋਰ ਹੈਗਾ ਜਿੱਥੇ ਲੋਕੀ ਐਕਚੁਅਲੀ ਸਟੋਰ ਤੁਹਾਡਾ ਹੈਗਾ, ਤੇ ਜਿਵੇਂ ਤੁਸੀਂ ਪੇਮੈਂਟਸ ਲੈਂਦੇ ਹੋ ਕੈਸ਼ ਦੇ ਵਿੱਚ, ਕ੍ਰੈਡਿਟ ਕਾਰਡ ਦੇ ਨਾਲ, ਵੀਜ਼ਾ ਦੇ ਨਾਲ, ਇੱਦਾਂ ਹੀ ਤੁਸੀਂ ਬਿਟਕੋਇਨ ਦੇ ਵਿੱਚ ਵੀ ਪੇਮੈਂਟਸ ਹੁਣ ਲੈ ਸਕਦੇ ਹੋ। ਬਹੁਤ ਸਾਰੇ ਬਿਜ਼ਨਸਿਸ ਦੁਨੀਆ ਦੇ ਵਿੱਚ ਹੁਣ ਲੈਂਦੇ ਨੇ। ਇਨਫੈਕਟ ਆਸਟ੍ਰੇਲੀਆ ਦੇ ਵਿੱਚ ਜਿੱਥੋਂ ਮੈਂ ਹੈਗੀ ਹਾਂ, ਪਰ ਇੱਕ ਦੂਜੀ ਸਟੇਟ ਕੁਈਨਸਲੈਂਡ ਦੇ ਵਿੱਚ, ਉੱਥੇ ਇੱਕ ਟਾਊਨ ਹੈਗਾ ਹੈ, ਇੱਕ ਉੱਥੇ ਜ਼ਿਲ੍ਹਾ ਹੈਗਾ ਹੈ ਜਿਹਨੂੰ ਬਿਟਕੋਇਨ ਜ਼ਿਲ੍ਹਾ, ਬਿਟਕੋਇਨ ਟਾਊਨ ਕਿਹਾ ਜਾਂਦਾ ਹੈ, ਬਿਕੋਜ਼ ਉਹ ਜ਼ਿਲ੍ਹੇ ਦੇ ਵਿੱਚ ਹਰ ਇੱਕ ਬਿਜ਼ਨਸ ਬਿਟਕੋਇਨ ਐਜ਼ ਅ ਪੇਮੈਂਟ ਐਕਸੈਪਟ ਕਰਦਾ ਹੈ। ਤੇ ਦਿਸ ਇਜ਼ ਸਮਥਿੰਗ ਜਿਹਦੇ ਵਿੱਚ ਤੁਹਾਨੂੰ ਇੰਨਾ ਮਤਲਬ ਪੈਸਾ ਲਾਉਣ ਦੀ ਲੋੜ ਨਹੀਂ ਹੈਗੀ, ਇਹਨੂੰ ਬਸ ਐਜ਼ ਐਨ ਆਪਸ਼ਨ ਤੁਸੀਂ ਦਿਖਾ ਸਕਦੇ ਹੋ। ਪਰ ਜਿਵੇਂ ਹੁਣ ਤੁਸੀਂ ਮਾਰਕੀਟ ਨੂੰ ਵੇਖੋ, ਹੁਣ ਮੈਂ ਜਿਵੇਂ ਤੁਹਾਨੂੰ ਲਾਸਟ ਵੀਡੀਓ ਵਿੱਚ ਕਿਹਾ ਸੀ ਕਿ ਲੋਕੀ ਬਿਟਕੋਇਨ ਨੂੰ ਇੰਨਾ ਹੁਣੇ ਨਹੀਂ ਖਰਚ ਰਹੇ। ਫਿਊਚਰ ਦੇ ਵਿੱਚ ਸਕੋਪ ਵਧੀ ਜਾਏਗਾ ਕਿ ਜਦੋਂ ਲੋਕੀ ਬਿਟਕੋਇਨ ਖਰਚਣਗੇ, ਪਰ ਹੁਣੇ ਲੋਕੀ ਬਿਟਕੋਇਨ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਤਾਂ ਕਿ ਜਦੋਂ ਪ੍ਰਾਈਸ ਫਿਰ ਤੋਂ ਉੱਤੇ ਜਾਏਗਾ ਤਾਂ ਉਹ ਮੁਨਾਫਾ ਬਣਾ ਸਕਦੇ ਨੇ। ਤੇ ਦੈਟਸ ਵਨ ਥਿੰਗ ਟੂ ਕੀਪ ਇਨ ਮਾਈਂਡ ਕਿ ਹਾਂ ਤੁਸੀਂ ਬਿਟਕੋਇਨ ਐਜ਼ ਅ ਪੇਮੈਂਟ ਲੈ ਸਕਦੇ ਹੋ, ਪਰ ਬਿਟਕੋਇਨ ਦੇ ਵਿੱਚ ਕਿੰਨੇ ਲੋਕੀ ਪੇ ਕਰਨਗੇ? ਪ੍ਰੋਬਬਲੀ ਨਾਟ ਮੈਨੀ। And guys, lastly, number 8, becoming a Bitcoin or blockchain consultant। ਇਹਦਾ ਹੁਣ ਕੀ ਮਤਲਬ ਹੋਇਆ ਕਿ ਬਿਕੋਜ਼ ਇਹ ਜਿਹੜਾ ਇੰਡਸਟਰੀ ਹੈ ਇਹ ਬਹੁਤ ਹੀ ਨਵੀਂ ਇੰਡਸਟਰੀ ਹੈ ਤੇ ਇਹਦੀ ਜਾਣਕਾਰੀ ਇੰਨੀ ਲੋਕਾਂ ਨੂੰ ਨਹੀਂ ਹੈਗੀ। ਤੇ ਜਿਹੜੇ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਹੈਗੀ ਹੈ, ਜਿਨ੍ਹਾਂ ਨੇ ਸਮਝ ਲਿਆ ਕਿ ਬਿਟਕੋਇਨ ਕਿਵੇਂ ਕੰਮ ਕਰਦਾ ਹੈ ਤੇ ਜਿਹੜੀ ਬਿਟਕੋਇਨ ਦੀ ਟੈਕਨੋਲੋਜੀ ਬਲੌਕਚੇਨ ਉਹ ਕਿਵੇਂ ਕੰਮ ਕਰਦੀ ਹੈ, ਉਹਨਾਂ ਨੇ ਆਪਣੇ ਆਪ ਨੂੰ ਕੰਸਲਟੈਂਟ ਬਣਾ ਲਿਆ ਬਿਟਕੋਇਨ ਦਾ ਜਾਂ ਬਲੌਕਚੇਨ ਦਾ। ਤੇ ਉਹ ਕੀ ਕਰਦੇ ਨੇ, ਉਹ ਬਿਜ਼ਨਸਿਸ ਦੇ ਨਾਲ ਗੱਲ ਕਰਦੇ ਨੇ, ਉਹਨਾਂ ਨੂੰ ਚਾਰਜ ਕਰਦੇ ਨੇ ਕਿ ਮੈਨੂੰ ਘੰਟੇ ਦਾ ਤੁਸੀਂ ਇੰਨਾ ਦਿਓ ਜਾਂ ਮੈਨੂੰ ਇੱਕ ਦਿਨ ਦਾ ਤੁਸੀਂ ਇੰਨਾ ਦਿਓ, ਤੇ ਉਹ ਟਾਈਮ ਦੇ ਵਿੱਚ ਮੈਂ ਤੁਹਾਡੇ ਨਾਲ ਬਹਿ ਕੇ ਤੁਹਾਡੇ ਬਿਜ਼ਨਸ ਨੂੰ ਸਮਝਾਂਗਾ ਤੇ ਤੁਹਾਨੂੰ ਇਹ ਦੱਸਾਂਗਾ ਕਿ ਤੁਸੀਂ ਆਪਣੇ ਬਿਜ਼ਨਸ ਦੇ ਵਿੱਚ ਬਲੌਕਚੇਨ ਦੀ ਟੈਕਨੋਲੋਜੀ ਕਿਵੇਂ ਯੂਜ਼ ਕਰ ਸਕਦੇ ਹੋ, ਕਿ ਤੁਹਾਨੂੰ ਯੂਜ਼ ਕਰਨੀ ਚਾਹੀਦੀ, ਨਹੀਂ ਕਰਨੀ ਚਾਹੀਦੀ। ਤੇ ਜੇ ਉਹ ਬਿਜ਼ਨਸ ਕਹਿੰਦਾ ਕਿ ਹਾਂ ਮੈਂ ਬਿਟਕੋਇਨ ਜਾਂ ਬਲੌਕਚੇਨ ਦੀ ਮੈਂ ਟੈਕਨੋਲੋਜੀ ਆਪਣੇ ਬਿਜ਼ਨਸ ਦੇ ਵਿੱਚ ਯੂਜ਼ ਕਰਨਾ ਚਾਹੁੰਦਾ ਹਾਂ, ਤੇ ਫਿਰ ਇਹ ਜਿਹੜੇ ਕੰਸਲਟੈਂਟ ਨੇ ਫਿਰ ਇਹ ਜਾ ਕੇ ਉਹਨਾਂ ਦੀ ਹੈਲਪ ਕਰਦੇ ਨੇ, ਉਹਨਾਂ ਨੂੰ ਡਿਵੈਲਪਰਸ ਦੇ ਨਾਲ ਮਿਲਾਉਂਦੇ ਨੇ, ਉਹਨਾਂ ਦਾ ਇੰਟਰੋਡਕਸ਼ਨ ਕਰਦੇ ਨੇ। ਤੇ ਜਿਹੜਾ ਪੂਰਾ ਪ੍ਰੋਸੈਸ ਹੈਗਾ ਹੈ ਬਲੌਕਚੇਨ ਨੂੰ ਉਹਨਾਂ ਦੀ ਕੰਪਨੀ ਦੇ ਨਾਲ ਕੋਈ ਬਿਜ਼ਨਸ ਦੇ ਵਿੱਚ ਪਾਉਣ ਦਾ, ਉਹ ਪੂਰਾ ਪ੍ਰੋਸੈਸ ਉਹ ਨਾਲ ਮੈਨੇਜ ਉਹਨਾਂ ਦੇ ਬਿਜ਼ਨਸ ਦੇ ਨਾਲ ਕਰਦੇ ਨੇ। ਤੇ ਇਹ ਈਜ਼ੀ ਤੇ ਫਾਸਟ ਤਰੀਕਾ ਹੈ, ਪਰ ਓਬਵੀਅਸਲੀ ਇਹਦੇ ਵਿੱਚ ਇਟਸ ਇੰਪੋਰਟੈਂਟ ਕਿ ਜੇ ਤੁਸੀਂ ਬਲੌਕਚੇਨ ਕੰਸਲਟੈਂਟ ਬਣਨਾ ਚਾਹੁੰਦੇ ਹੋ ਕਿ ਤੁਹਾਨੂੰ ਐਟਲੀਸਟ ਪਤਾ ਹੈ ਕਿ ਤੁਸੀਂ ਕਿਹਦੇ ਬਾਰੇ ਗੱਲ ਕਰ ਰਹੇ ਹੋ। ਸੋ ਇਟਸ ਇੰਪੋਰਟੈਂਟ ਕਿ ਤੁਸੀਂ ਆਪਣੇ ਆਪ ਨੂੰ ਅਪਸਕਿਲ ਕਰੋ ਤੇ ਜਿੰਨਾ ਹੋ ਸਕੇ ਬਿਟਕੋਇਨ ਤੇ ਬਲੌਕਚੇਨ ਦੀ ਜਿਹੜੀ ਐਜੂਕੇਸ਼ਨ ਹੈ ਉਹਨੂੰ ਲਓ, ਤਾਂ ਕਿ ਤੁਸੀਂ ਐਕਚੁਅਲੀ ਦੇ ਵਿੱਚ ਬਿਜ਼ਨਸਿਸ ਦੀ ਹੈਲਪ ਕਰ ਰਹੇ ਹੋ ਤੇ ਸਿਰਫ ਉਹਨਾਂ ਦਾ ਪੈਸਾ ਨਹੀਂ ਲੈ ਰਹੇ। ਸੋ ਗਾਇਜ਼, ਜਿਵੇਂ ਤੁਸੀਂ ਵੇਖ ਸਕਦੇ ਹੋ ਕਿ ਬਹੁਤ ਸਾਰੀਆਂ ਓਪਰਚੁਨਿਟੀਜ਼ ਨੇ ਇਹ ਇੰਡਸਟਰੀ ਦੇ ਵਿੱਚ। ਤੇ ਮੈਂ ਜਾਣਦੀ ਹਾਂ ਕਿ ਮੈਂ ਤੁਹਾਨੂੰ ਬਿਟਕੋਇਨ ਦੀ ਜਿਹੜੀ ਟੈਕਨੋਲੋਜੀ ਹੈ ਬਲੌਕਚੇਨ, ਉਹਦੇ ਬਾਰੇ ਹੁਣੇ ਇੰਨਾ ਤੁਹਾਨੂੰ ਨਹੀਂ ਦੱਸਿਆ। ਤੇ ਉਹਦੇ ਬਾਰੇ ਮੈਂ ਜੇ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ ਤਾਂ ਓਬਵੀਅਸਲੀ ਮੈਨੂੰ ਲੈਟ ਮੀ ਨੋ ਇਨ ਦ ਕਮੈਂਟਸ, ਪਰ ਮੈਂ ਉਹਦੇ ਉੱਤੇ ਵੀ ਇੱਕ ਵੀਡੀਓ ਬਣਾਵਾਂਗੀ ਇਨ ਦ ਨੈਕਸਟ ਫਿਊ ਡੇਜ਼। ਪਰ ਇਹ ਨਵੀਂ ਇੰਡਸਟਰੀ ਹੈਗੀ ਹੈ ਗਾਇਜ਼, ਇਹਦੇ ਵਿੱਚ ਇੰਨੀ ਸਾਰੀ ਓਪਰਚੁਨਿਟੀ ਹੈ। ਤੇ ਨੋ ਮੈਟਰ ਤੁਸੀਂ ਕਿੱਥੇ ਹੋ, ਜੇ ਤੁਸੀਂ ਪੰਜਾਬ ਦੇ ਵਿੱਚ ਹੋ, ਇੰਡੀਆ ਵਿੱਚ ਹੋ ਜਾਂ ਕਿਤੇ ਹੋਰ ਦੇਸ਼ ਦੇ ਵਿੱਚ ਹੋ, ਤੇ ਜੇ ਤੁਹਾਡਾ ਦੇਸ਼ ਮੰਨ ਲਓ ਕਿ ਹੁਣੇ ਲਾਗੂ ਨਹੀਂ ਕਰਦਾ ਕਿ ਤੁਸੀਂ ਬਿਟਕੋਇਨ ਦਾ ਇਨਵੈਸਟਮੈਂਟ ਕਰੋ ਜਾਂ ਬਲੌਕਚੇਨ ਦੇ ਵਿੱਚ ਜਾਓ, ਤੇ ਫਿਰ ਵੀ ਮੈਂ ਕਹਿਣਾ ਚਾਹੁੰਦੀ ਕਿ ਤੁਸੀਂ ਫਿਰ ਵੀ ਨਜ਼ਰ ਰੱਖੋ ਇਹ ਇੰਡਸਟਰੀ ਦੇ ਵਿੱਚ ਤੇ ਜਾਣਨ ਦੀ ਕੋਸ਼ਿਸ਼ ਕਰੋ ਕਿ ਕੀ ਹੋ ਰਿਹਾ ਇੰਡਸਟਰੀ ਦੇ ਵਿੱਚ। ਬਿਕੋਜ਼ ਮੈਂ ਤੁਹਾਨੂੰ ਇਸ ਗੱਲ ਜ਼ਰੂਰ ਦੱਸ ਸਕਦੀ ਹਾਂ ਕਿ ਅਗਲੇ 2 ਤੋਂ 5 ਸਾਲਾਂ ਦੇ ਵਿੱਚ
ਅਸੀਂ ਇਹ ਇੰਡਸਟਰੀ ਦੇ ਵਿੱਚ ਬਹੁਤ ਸਾਰੀ ਓਪਰਚੁਨਿਟੀਜ਼ ਵੇਖਾਂਗੇ ਤੇ ਸਪੈਸ਼ਲੀ ਜੇ ਤੁਸੀਂ ਟੈਕਨੀਕਲ ਸਾਈਡ ਦੇ ਵਿੱਚ ਹੋ, ਜੇ ਤੁਸੀਂ ਇੰਜੀਨੀਅਰ ਹੋ ਤੇ ਹੁਣੇ ਤੁਹਾਡੇ ਲੋਕਾਂ ਦੀ ਬਹੁਤ ਡਿਮਾਂਡ ਹੈ ਬਲੌਕਚੇਨ ਇੰਡਸਟਰੀ ਦੇ ਵਿੱਚ। ਪਰ ਜੇ ਤੁਸੀਂ ਮੰਨ ਲਓ ਸੇਲਸ ਦੇ ਵਿੱਚ ਹੋ, ਫਿਰ ਵੀ ਤੁਸੀਂ ਆਪਣੇ ਆਪ ਨੂੰ ਅਪਸਕਿਲ ਕਰਕੇ ਟੈਕਨੀਕਲ ਇਹਦੇ ਐਸਪੈਕਟਸ ਦੇ ਬਾਰੇ ਅਪਸਕਿਲ ਕਰਕੇ ਤੁਸੀਂ ਤੁਸੀਂ ਫਿਰ ਵੀ ਐਜ਼ ਅ ਸੇਲਸ ਜਿਹੜੀ ਤੁਹਾਡੀ ਮੇਨ ਸਕਿੱਲ ਹੈ ਉਹਨੂੰ ਯੂਜ਼ ਕਰਕੇ ਤੁਸੀਂ ਬਿਜ਼ਨੈਸਿਸ ਦੇ ਨਾਲ ਕੰਮ ਕਰ ਸਕਦੇ ਹੋ। ਤੇ ਇਟਸ ਅ ਵੈਰੀ ਵੈਰੀ ਐਕਸਾਈਟਿੰਗ ਓਪਰਚੁਨਿਟੀ। ਤੇ ਜੇ ਤੁਹਾਨੂੰ ਇਹਦੇ ਵੀਡੀਓ ਦੇ ਵਿੱਚ ਕੁਝ ਸਿੱਖਣ ਨੂੰ ਮਿਲਿਆ, ਤੁਹਾਨੂੰ ਚੰਗੀ ਲੱਗੀ, ਦੈਨ ਪਲੀਜ਼ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਤੇ ਐਜ਼ ਆਲਵੇਜ਼ ਜੇ ਤੁਹਾਡੇ ਕੋਈ ਕੁਐਸਚਨਸ ਨੇ, ਜੇ ਕੋਈ ਗੱਲ ਤੁਹਾਨੂੰ ਕਲੀਅਰ ਨਹੀਂ ਲੱਗੀ ਇਹ ਵੀਡੀਓ ਦੇ ਬਾਰੇ, ਪਲੀਜ਼ ਕਮੈਂਟਸ ਦੇ ਵਿੱਚ ਜ਼ਰੂਰ ਮੈਨੂੰ ਪੁੱਛੋ ਤੇ ਮੈਂ ਜ਼ਰੂਰ ਉਹਦਾ ਰਿਸਪੌਂਡ ਕਰਾਂਗੀ। ਤੇ ਮੈਂ ਆਪਣੀ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਗੱਲ ਕਰਾਂਗੀ ਕਿ ਬਿਟਕੋਇਨ ਨੂੰ ਤੁਸੀਂ ਕਿਵੇਂ ਖਰੀਦ ਸਕਦੇ ਹੋ ਤੇ ਬਿਟਕੋਇਨ ਦੇ ਇੰਡੀਆ ਦੇ ਵਿੱਚ ਕੀ ਲਾਜ਼ ਨੇ, ਕੀ ਉਹਦਾ ਲੀਗਲ ਫਰੇਮਵਰਕ ਹੈਗਾ। ਤੇ ਇਹ ਗੱਲ ਮੈਂ ਜ਼ਰੂਰ ਤੁਹਾਡੇ ਨਾਲ ਕਲੀਅਰ ਕਰਨਾ ਚਾਹਾਂਗੀ ਕਿਉਂਕਿ ਮੈਂ ਜਾਣਦੀ ਬਹੁਤ ਕਨਫਿਊਜ਼ਨ ਹੈਗੀ ਹੈ ਲਾਅ ਦੇ ਬਾਰੇ ਇੰਡੀਆ ਦੇ ਵਿੱਚ। ਤੇ ਲੈਟਸ ਕਲੀਅਰ ਦੈਟ ਅਪ। ਤੇ ਉਦੋਂ ਤੱਕ ਜੁੜੇ ਰਹੋ ਮੇਰੇ ਨਾਲ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।